ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਕਰੀਨ ਤੇ ਸ਼ਬਦ ਸ਼ੇਰ ਹੈ। ਸੰਗਤ ਚੋਂ ਬੇਨਤੀ ਹੋਈ ਸੀ ਇਸ ਟੌਪਿਕ ਤੇ 4 ਪਦਾਰਥ ਆਪਾਂ ਵਿਚਾਰ ਕਰੀਏ, ਪਰ ਇਹ ਆਪਾਂ ਅੱਜ ਹੀ ਇਸ ਟੌਪਿਕ ਨੂੰ ਖਤਮ ਕਰ ਦੇਣਾ। ਪਹਿਲਾਂ ਸੋਚਿਆ ਸੀ ਇਹਨੂੰ ਲੰਬਾ ਚਲਾਵਾਂਗੇ, ਲੇਕਿਨ ਇਹ ਚੀਜ਼ਾਂ ਸਾਰੀਆਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਆਪਾਂ ਜਪ ਸ਼ੁਰੂ ਕਰ ਦਈਏ, ਜਿਹੜੀ ਸਾਡੀ ਸਭ ਤੋਂ ਪਹਿਲੀ ਆਪਾਂ ਰੋਜ਼ ਪਾਠ ਵੀ ਕਰਦੇ ਹਾਂ। ਉਸ ਬਾਣੀ ਦੀ ਵਿਚਾਰ ਆਪਾਂ ਸ਼ੁਰੂ ਕਰਾਂਗੇ। ਜੇ ਆਪਾਂ ਬਹੁਤੀਆਂ ਸਿਆਣਪਾਂ ਕਰਦੇ ਹਾਂ, ਗੁਰਮਤ ਦੇ ਧਾਰਨੀ ਨਹੀਂ ਬਣਦੇ, ਤਰਕ ਕਰਾਂਗੇ ਤਾਂ ਵੀ ਜਿਹੜਾ ਹੈ ਅਸੀਂ ਕਾਲ ਦੇ ਵਸ ਆ ਸਕਦੇ ਹਾਂ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਕਿਉਂਕਿ ਚਤੁਰਾਈ ਕੀਤਿਆਂ ਜਿਹੜੀ ਹੈ ਮਾਇਆ ਨਹੀਂ ਮੁੱਕਣੀ, ਤਰਕ ਕੀਤਿਆਂ ਮਾਇਆ ਨਹੀਂ ਮੁੱਕਣੀ। ਅਸੀਂ ਸਗੋਂ ਹੋਰ ਤ੍ਰਿਸ਼ਨਾ ਦੇ ਖੂਹ ਦੇ ਵਿੱਚ ਗੋਤੇ ਖਾਵਾਂਗੇ। ਜਾਂ ਉਸ ਤੋਂ ਅੱਗੇ ਆ ਜਾਓ ਕਿ ਧਾਰਮਿਕ ਭੇਖ ਕੀਤਿਆਂ ਤ੍ਰਿਸ਼ਨਾ ਨਹੀਂ ਮੁੱਕ ਸਕਦੀ। ਅਨੇਕਾਂ ਤਰੀਕੇ ਵਰਤ ਕੇ ਵੀ ਉਸ ਅਕਾਲ ਪੁਰਖ ਦੀ ਦਰਗਾਹ 'ਚ ਸੁਰਖਰੂ ਨਹੀਂ ਹੋਇਆ ਜਾ ਸਕਦਾ। ਭਾਵੇਂ ਦੁਨਿਆਵੀ ਤੌਰ ਤੇ ਚੰਗੇ ਕੰਮ ਕਰਕੇ ਆਕਾਸ਼ ਤੇ ਚੜ੍ਹ ਜੀ, ਪਰ ਮਾਇਆ ਦੇ ਜਾਲ ਤੋਂ ਬਚਿਆ ਨਹੀਂ ਜਾ ਸਕਦਾ। ਸਾਰੀ ਗੁਰਬਾਣੀ ਦੇ ਵਿੱਚ ਸਾਨੂੰ ਇੱਕੋ ਬੂਝ ਬੁਝਾਈ ਹੈ ਕਿ ਨਾਮ ਤੋਂ ਬਿਨਾਂ ਜੇਕਰ ਮਾਰਗ ਅਖਤਿਆਰ ਕਰਾਂਗੇ, ਨਾਮ ਤੋਂ ਬਿਨਾਂ ਹੋਰ ਕੋਈ ਵੀ ਮਾਰਗ ਫੜਾਂਗੇ ਤੇ ਅਸੀਂ ਜੂਨਾਂ ਤੋਂ ਨਹੀਂ ਬਚ ਸਕਦੇ, ਜਮ ਤੋਂ ਨਹੀਂ ਬਚ ਸਕਦੇ, ਔਰ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਇੱਕੋ ਇੱਕ ਅਕਾਲ ਪੁਰਖ ਦਾ ਸ਼ਬਦ, ਨਾਮ, ਬਚਨ ਸਾਨੂੰ ਐਸ ਜਨਮ ਮਰਨ ਦੇ ਦੁੱਖ ਤੋਂ ਬਚਾ ਸਕਦਾ ਹੈ, ਪ੍ਰਭੂ ਦੇ ਵਿਛੋੜੇ ਤੋਂ ਬਚਾ ਸਕਦਾ ਹੈ। ਨਾਮ ਅਭਿਆਸ ਦੇ ਨਾਲ ਹੀ ਅਸੀਂ ਅਡੋਲ ਰਹਿਣਾ ਹੈ। ਨਾਮ ਅਭਿਆਸ ਦੇ ਨਾਲ ਹੀ ਸਾਡੇ ਅੰਦਰ ਪ੍ਰੇਮ ਉਪਜਣਾ ਹੈ, ਔਰ ਇਸੇ ਨਾਮ ਨੂੰ ਬੋਲ ਬੋਲ ਕੇ ਹੀ ਅਸੀਂ ਉਸ ਕਰਤੇ ਪੁਰਖ ਦੇ ਵਿੱਚ ਸਮਾਉਣਾ ਹੈ। ਔਰ ਇਹ ਸਾਰੀਆਂ ਜਿਹੜੀਆਂ ਗੱਲਾਂ ਦਾ ਜ਼ਿਕਰ ਕਰ ਰਹੇ ਹਾਂ, ਇਹ ਬਾਹਰ ਨਹੀਂ ਵਰਤਣੀਆਂ, ਇਹ ਅੰਦਰ ਵਰਤਣੀਆਂ ਨੇ। ਬਹੁਤ ਸਿਆਣਪ ਜਮ ਕਾ ਭਉ ਵਿਆਪੈ,
ਅਨਕ ਜਤਨ ਕਰ ਤ੍ਰਿਸ਼ਨ ਨਾ ਤਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਅ ਦਰਗਹਿ ਨਹੀਂ ਸਿਝੈ, ਛੂਟਸ ਨਾਹੀ ਊਬ ਪਿਆਰ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਇਹ ਗੌੜੀ ਸੁਖਮਨੀ ਦੀ ਬਾਣੀ ਹੈ। ਇਸ ਤੋਂ ਅੱਗੇ ਜਿਹੜਾ ਪਦਾ ਸ਼ੁਰੂ ਹੁੰਦਾ ਹੈ ਉਹ ਹੈ ਚਾਰ ਪਦਾਰਥ ਜੇਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਹੁਣ ਸਾਧ ਜਨਾਂ ਦੀ ਸੇਵ ਕੀ ਹੈ? ਉਹ ਸੇਵ ਆਪਾਂ ਕਿਸੇ ਤੋਂ ਲੈ ਨਹੀਂ ਸਕਦੇ, ਉਹਨੂੰ ਦੇਖ ਨਹੀਂ ਸਕਦੇ। ਇੱਕ ਸਪਿਰਿਚੁਅਲ ਸਟੇਜ ਹੈ। ਜੇਕੋ ਆਪਣਾ ਦੁਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਜੇਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋੜੈ। ਹਉਮੈ ਨਜ਼ਰ ਨਹੀਂ ਆਉਂਦੀ। ਹਾਂ, ਇਹਨੂੰ ਆਪਣਾ ਐਨਾਲਿਸਿਸ ਕਰਕੇ ਆਪਾਂ ਆਪਣੇ ਅੰਦਰ ਦੇਖ ਸਕਦੇ ਹਾਂ ਵੀ ਮੈਂ ਕਿੱਥੇ ਖੜਾ, ਕਿਹੋ ਜਿਹੇ ਮੇਰੇ ਕੰਮ ਨੇ, ਕਿੰਨਾ ਕੁ ਮੈਂ ਹੰਕਾਰੀ ਹਾਂ। ਇਹ ਆਪਣਾ ਐਨਾਲਿਸਿਸ ਕੀਤਾ ਜਾ ਸਕਦਾ। ਜੇਕੋ ਜਨਮ ਮਰਨ ਤੇ ਡਰੈ, ਸਾਧ ਜਨਾਂ ਕੀ ਸ਼ਰਨੀ ਪਰੈ। ਸਾਧੂ ਦੀ ਸ਼ਰਨ, ਇਹਦੀ ਆਪਾਂ ਹੁਣ ਗੱਲ ਕਰਾਂਗੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਦਰਸ਼ਨ ਦੀ ਪਿਆਸ ਤੋਂ ਭਾਵ ਹੈ ਇਹ ਆਖਰੀ ਅਵਸਥਾ ਹੈ। ਇਹ ਵੀ ਸਟੇਟ ਆਫ ਮਾਈਂਡ ਹੈ। ਜੇ ਦਰਸ਼ਨ ਹੋ ਵੀ ਗਏ ਫਿਰ ਕੀ ਕਰਾਂਗੇ ਉਸ ਤੋਂ ਬਾਅਦ? ਇੱਕ ਵਾਰ ਦਰਸ਼ਨ ਹੋ ਕੇ ਫਰਜ਼ ਕਰ ਲਓ, ਉਸ ਤੋਂ ਫਿਰ ਅੱਗੇ ਕੀ ਹੋਊਗਾ? ਕੁਛ ਵੀ ਨਹੀਂ। ਇਹ ਇੱਕ ਆਤਮਿਕ ਅਵਸਥਾ ਹੈ ਜਿਹਨੂੰ ਅਸੀਂ ਇਸ ਜਨਮ ਦੇ ਵਿੱਚ ਮਾਨਣਾ ਹੈ, ਔਰ ਇਹ ਗੁਰਮਤ ਦੇ ਧਾਰਨੀ ਸਾਨੂੰ ਹੋਣਾ ਪੈਣਾ ਹੈ। ਗਿਆਨ ਸਾਨੂੰ ਲੈਣਾ ਪੈਣਾ ਹੈ। ਜਿਸ ਤਰ੍ਹਾਂ ਅਸੀਂ ਵਿਚਾਰ ਦਿੰਦੇ ਆ ਰਹੇ ਹਾਂ ਚਾਰ ਪਦਾਰਥ ਦੇ ਉੱਤੇ, ਤਕਰੀਬਨ ਕਾਫੀ ਲੰਬੇ ਸਮੇਂ ਤੋਂ ਅਸੀਂ ਇਹ ਜਿਹੜੇ ਸਾਨੂੰ ਦੱਸੇ ਗਏ ਆ ਚਾਰ ਪਦਾਰਥ, ਧਰਮ, ਅਰਥ, ਕਾਮ, ਮੋਖ, ਇਹ ਜਿਹੜੇ ਬਾਹਰਲੇ ਨੇ, ਅਸਲ 'ਚ ਇਹ ਕਰਮ ਕਾਂਡਾਂ ਦੀ ਗੱਲ ਹੈ। ਜਿਹੜੇ ਸਾਨੂੰ ਦਿਸਦੇ ਨੇ ਉਹ ਕਰਮ ਕਾਂਡ। ਧਰਮ ਉਹੀ ਹੈ ਜਿਹੜਾ ਦਿਸਦਾ ਨਹੀਂ। ਆਪ ਜੀ ਨੂੰ ਯਾਦ ਹੋਣਾ, ਆਪਾਂ ਸ਼ਬਦ ਵਿਚਾਰਿਆ, ਕਰਮ ਧਰਮ ਪਖੰਡ ਜੋ ਦਿਸੈ। ਜੋ ਵੀ ਚੀਜ਼ ਨਜ਼ਰ ਆ ਰਹੀ ਹੈ ਉਹ ਇੱਕ ਪਖੰਡ ਹੈ, ਉਹ ਧਰਮ ਦੀ ਸੇਵਾ ਨਹੀਂ ਹੈ। ਹੁਣੇ ਆਪਾਂ ਸ਼ਬਦ ਸ਼ੁਰੂ ਕਰਨਾ ਹੈ। ਸ਼ਬਦ ਸਕਰੀਨ ਤੇ ਸ਼ੇਅਰ ਹੈ। ਆਪਾਂ ਇਹਦੇ ਵਿੱਚ ਇਹ ਸਾਰੀਆਂ ਡਿਸਕਸ਼ਨਸ ਕਰਨੀਆਂ ਨੇ। ਸ਼ਬਦ ਦੀ ਰਹਾਉ ਦੀ ਤੁਕ ਹੈ, ਏਕੋ ਰਵ ਰਹਿਆ ਸਭ ਠਾਈ, ਅਵਰ ਨ ਦਿਸੈ ਕਿਸ ਪੂਜ ਚੜਾਈ ਰਹਾਉ। ਇੱਕੋ ਅਕਾਲ ਪੁਰਖ ਪਰਮਾਤਮਾ ਸਰਬ ਵਿਆਪੀ ਹੈ। ਇੱਕੋ ਅਕਾਲ ਪੁਰਖ ਪਰਮਾਤਮਾ ਹੀ ਸਰਬ ਵਿਆਪੀ ਹੈ। ਹਰ ਥਾਂ ਤੇ ਹੈ। ਪਤਾਲ ਹੋਵੇ, ਆਕਾਸ਼ ਹੋਵੇ, ਹੈ ਜਗ ਹੋਵੇ। ਮੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ ਤੇ ਮੈਂ ਪੂਜਾ ਕਿਹਦੀ ਕਰਾਂ? ਕਿਹਨੂੰ ਆਪਣੀ ਪੂਜਾ ਸਮਰਪਿਤ ਕਰਾਂ? ਕਿਹਨੂੰ ਆਪਣੀ ਪੂਜ ਚੜਾਵਾਂ? ਸੋ ਜੇਕਰ ਆਪਾਂ ਬਾਹਰ ਕਿਸੇ ਚੀਜ਼ ਨੂੰ ਪੂਜਦੇ ਹਾਂ, ਫੁੱਲ ਚੜਾ ਕੇ, ਪੈਸੇ ਚੜਾ ਕੇ, ਜਾਂ
ਆਪਣੇ ਮਨ ਕਰਕੇ ਜਾਣਦੇ ਹਾਂ ਵੀ ਇਹ ਮੇਰਾ ਸਤਿਗੁਰੂ ਹੈ, ਉਹ ਪਖੰਡ ਹੈ, ਉਹ ਕਰਮ ਧਰਮ ਹੈ, ਇਹ ਗੁਰਮਤਿ ਹੀ ਦ੍ਰਿੜਾਰੀ। ਹੁਣ ਫਿਰ ਪੂਜਾ ਕਿਹਦੀ ਕੀਤੀ ਜਾਏ, ਕਿਹਨੂੰ ਸਤਿਗੁਰ ਮੰਨਿਆ ਜਾਏ, ਤੇ ਉਹ ਕੈਸੀ ਪੂਜਾ ਪ੍ਰਵਾਨ ਕਰੇਗਾ, ਇਹ ਆਪਾਂ ਦੇਖਣਾ ਵੀ, ਇਹ ਆਪਾਂ ਸਮਝਣਾ। ਔਰ ਇਹ ਸਾਨੂੰ ਗੁਰਬਾਣੀ ਤੋਂ ਸਿਵਾਏ ਹੋਰ ਕੋਈ ਵੀ ਗਿਆਨ ਨਹੀਂ ਸਮਝਾ ਸਕਦਾ। ਕੰਪੈਰੀਜ਼ਨ ਕਰਕੇ ਦੇਖ ਲਓ, ਕੰਪੈਰੀਟਿਵ ਸਟੱਡੀ ਕਰਕੇ ਦੇਖ ਲਓ, ਸ਼ਬਦ ਦੀ ਗੱਲ ਜ਼ਰੂਰ ਕੀਤੀ ਹੈ, ਨਾਮ ਦੀ ਗੱਲ ਜ਼ਰੂਰ ਕੀਤੀ ਹੈ, ਲੇਕਿਨ ਨਾਲ ਨਾਲ ਕਰਮ ਧਰਮ ਨੂੰ ਤਰਜੀਹ ਦਿੱਤੀ ਹੈ। ਤਕਰੀਬਨ ਸਾਰੇ ਹੀ ਜਿੰਨੇ ਵੀ ਗਿਆਨ, ਜਿੰਨੇ ਵੀ ਫਿਰਕਿਆਂ ਦੇ ਗਿਆਨ ਨੇ, ਔਰ ਅਸੀਂ ਵੀ ਉਹਨਾਂ ਦੀ ਦੇਖਾ ਦੇਖੀ ਕੁਛ ਸਾਧਕ, ਕੁਛ ਸਿੱਧ ਚੀਜ਼ਾਂ ਫੜ ਲਈਆਂ ਔਰ ਉਹਨਾਂ ਨੂੰ ਦ੍ਰਿੜ ਕਰ ਲਿਆ ਵੀ ਹੁਣ ਇਹ ਜਿਹੜੇ ਮੈਂ ਲਫ਼ਜ਼ ਇਸਤੇਮਾਲ ਕਰ ਰਿਹਾ ਨਾ, ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਕੁਛ ਸਾਧਕ, ਕੁਛ ਸਿੱਧ। ਸਾਧਕ ਉਹਨਾਂ ਨੂੰ ਕਹਿੰਦੇ ਆ ਜਿਹੜੇ ਮੁਸਲਿਮ ਧਰਮ ਦੇ ਅਨੁਸਾਰ ਭਗਤੀ ਕਰਦੇ ਆ। ਸਿੱਧ ਉਹਨਾਂ ਨੂੰ ਕਹਿੰਦੇ ਆ ਜਿਹੜੇ ਸਨਾਤਨ, ਜਿਹਨੂੰ ਅੱਜ ਕੱਲ੍ਹ ਹਿੰਦੂ ਮਤ ਕਹਿੰਦੇ ਆ, ਜਿਹੜੇ ਉਸ ਅਨੁਸਾਰ ਭਗਤੀ ਕਰਦੇ ਆ। ਅਸੀਂ ਕੁਛ ਉੱਧਰੋਂ ਫੜ ਲਿਆ, ਕੁਛ ਇੱਥੋਂ ਫੜ ਲਿਆ, ਕੁਛ ਉੱਥੋਂ, ਔਰ ਸਾਰਾ ਕੁਛ ਰਲ ਗੱਡ ਕਰਕੇ ਬਾਬੇ ਨਾਨਕ ਦੀ ਜਿਹੜੀ ਥਿਊਰੀ ਸੀ ਉਹਨੂੰ ਅਸੀਂ ਬਿਲਕੁਲ ਲੁਕੋ ਦਿੱਤਾ ਉਹਨਾਂ ਚੀਜ਼ਾਂ ਦੇ ਥੱਲੇ। ਕਿੰਨਾ ਉੱਚਾ ਸੁੱਚਾ ਗਿਆਨ ਹੈ। ਇੱਕੋ ਰੱਬ ਰਹਿਆ ਸਭ ਥਾਈਂ, ਇੱਕ ਪ੍ਰਮਾਤਮਾ ਹਰ ਥਾਂ ਤੇ ਵਿਆਪਕ ਹੈ। ਅਸੀਂ ਉਹਨੂੰ ਖਾਲੀ ਗੁਰਦੁਆਰੇ 'ਚ ਹੀ ਬਣਾਤਾ, ਗੁਰਦੁਆਰੇ ਜਾਣਾ ਪਏ। ਇਹ ਬਾਬੇ ਨਾਨਕ ਦੀ ਬਾਣੀ ਆ। ਉਸ ਵੇਲੇ ਦੇ ਅਨੁਸਾਰ ਮੈਂ ਗੱਲ ਕਰੂੰਗਾ ਜਿਸ ਵੇਲੇ ਇਹ ਬਾਣੀ ਆਈ ਹੈ। ਮਹੱਲਾ ਪਹਿਲਾ, ਉਸ ਵੇਲੇ ਤੇ ਕੋਈ ਗੁਰਦੁਆਰਾ ਨਹੀਂ ਸੀ ਨਾ। ਆਪਾਂ ਉਧਰ ਵੀ ਆਵਾਂਗੇ, ਅਸੀਂ ਉਹਨਾਂ ਨੂੰ ਰਿਜੈਕਟ ਨਹੀਂ ਕਰਨਾ, ਸਤਿਕਾਰ ਕਰਦੇ ਹਾਂ ਅਸੀਂ ਸਭ ਸਮੂਹ ਧਰਮਾਂ ਦਾ ਔਰ ਸਮੂਹ ਧਾਰਮਿਕ ਸਥਾਨਾਂ ਦਾ। ਲੇਕਿਨ ਗੁਰਬਾਣੀ ਦੀ ਜਿਹੜੀ ਮਹਿਮਾ ਹੈ, ਜਿਹੜੀ ਗੁਰਬਾਣੀ ਦੀ ਉਚਾਈ ਹੈ, ਉਹਨੂੰ ਅਸੀਂ ਕਿਸੇ ਵੀ ਸ਼ਰਤ ਤੇ, ਕਿਸੇ ਵੀ ਕੰਡੀਸ਼ਨ ਤੇ ਨੀਵਾਂ ਨਹੀਂ ਕਰ ਸਕਦੇ। ਗੁਰਬਾਣੀ ਦਾ ਗਿਆਨ ਹੀ ਉੱਚਾ ਹੈ ਤੇ ਸੁੱਚਾ ਹੈ। ਇੱਕੋ ਰੱਬ ਰਹਿਆ ਸਭ ਥਾਈਂ, ਇੱਕ ਪ੍ਰਮਾਤਮਾ ਸਰਬ ਵਿਆਪੀ ਹੈ। ਅਵਰ ਨਾ ਦੀਸੈ ਕਿਸ ਪੂਜ ਚੜਾਈ, ਮੈਂ ਕੈਸੀ ਪੂਜਾ ਕਰਾਂ ਕਿ ਮੈਨੂੰ ਉਸ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ। ਮੈਂ ਕਿਹਨੂੰ ਆਪਣਾ ਜਿਹੜਾ ਪੂਜਾ ਦਾ ਮੇਰਾ ਸਿਸਟਮ ਹੈ, ਮੈਂ ਕਿਸ ਅੱਗੇ ਉਹ ਪੂਜ ਚੜਾਵਾਂ। ਸੋ ਹੁਣ ਸਾਨੂੰ ਕੁਛ ਨਜ਼ਰ ਨਹੀਂ ਆ ਰਿਹਾ ਜਿਹਦੇ ਅੱਗੇ ਅਸੀਂ ਆਪਣੀ ਪੂਜਾ ਚੜਾਈਏ, ਜਿਹਨੂੰ ਅਸੀਂ ਪੂਜਾ ਚੜਾਈਏ ਤੇ ਕੀ ਚੜਾਈਏ। ਕਿਉਂ? ਦੁਰਗੰਧ ਅਪਵਿੱਤਰ ਅਪਾਵਨ ਭੀਤਰ, ਜੋ ਦਿਸੈ ਸੋ ਛਾਰਾ। ਮਨ ਕਹਿ ਅਹੰਕਾਰ ਅਫਾਰਾ। ਇਹ ਸ਼ਬਦ ਨਾਰਮਲੀ ਨਹੀਂ ਸੁਣੇ ਜਾਂਦੇ ਕਿਉਂਕਿ ਰਾਗੀ ਜਥੇ ਪੜ੍ਹਦੇ ਹੀ ਨਹੀਂ ਇਹ ਸ਼ਬਦ ਏਦਾਂ ਦੇ। ਉਹਨਾਂ ਨੇ ਇੱਕ ਸਿਸਟਮ, ਮੈਨੂੰ ਖਿਮਾ ਕਰਿਓ ਮੈਂ ਬਾਰ-ਬਾਰ ਗੱਲ ਕਰਦਾ ਕਿਉਂਕਿ ਕਸੂਰਵਾਰ ਅਸੀਂ ਸਾਰੇ ਹੀ ਹਾਂ। ਕਿਉਂਕਿ ਬਾਣੀ ਨੂੰ ਅਸੀਂ
ਰੱਖ ਲਿਆ ਵੀ ਨਿਆਣਾ ਜੰਮਿਆ ਤੇ ਕਿਹੜੇ ਸ਼ਬਦ ਪੜ੍ਹਨੇ ਆ, ਵਿਆਹ ਵਾ ਤੇ ਕਿਹੜੇ ਸ਼ਬਦ ਪੜ੍ਹਨੇ ਆ, ਆ ਹੁਣ ਕੋਈ ਖੁਸ਼ੀ ਦਾ ਮੌਕਾ ਹੈ ਤੇ ਕਿਹੜੇ ਸ਼ਬਦ ਪੜ੍ਹਨੇ ਆ, ਕਿਸੇ ਨੇ ਘਰ ਬਣਾਇਆ ਕਿਹੜੇ ਸ਼ਬਦ ਪੜ੍ਹਨੇ ਆ। ਰਾਗੀਆਂ ਨੇ ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਸਿਸਟਮ ਬਣਾ ਲਿਆ, ਔਰ ਉਹਨਾਂ ਦਾ ਇਹ ਕੰਮ ਹੈ, ਉਹਨਾਂ ਦਾ ਇਹ ਧੰਦਾ ਹੈ, ਤੇ ਜਿੱਥੇ ਧੰਦਾ ਇਨਵੋਲਵ ਹੋ ਗਿਆ, ਉੱਥੇ ਧਰਮ ਦਾ ਤੇ ਮਤਲਬ ਹੀ ਕੋਈ ਨਹੀਂ। ਧਰਮ ਦਾ ਨਹੀਂ ਉੱਥੇ ਕੰਮ ਕੋਈ, ਜਿੱਥੇ ਇਹ ਧੰਦਾ ਬਣ ਗਿਆ ਨਾ, ਉੱਥੇ ਤੇ ਸਮਝ ਲਓ ਬਸ ਕੰਮ ਖਰਾਬ ਹੋ ਗਿਆ। ਹਾਂ, ਅਸੀਂ ਉਸ ਨੂੰ ਸਿਜਦਾ ਕਰਦੇ ਹਾਂ ਜਿਹੜਾ ਐਸ ਸਿਸਟਮ ਦੇ ਵਿੱਚੋਂ ਬਾਹਰ ਨਿਕਲ ਆਇਆ, ਜਿਹਨੇ ਤਹਿ ਦਿਲੋਂ ਪ੍ਰੇਮ ਦੇ ਨਾਲ ਉਹ ਵੀ ਕੰਮ ਕੀਤਾ। ਠੀਕ ਹੈ, ਉਹ ਕਰਮ ਕਾਂਡ ਨੇ, ਪਰ ਉਹ ਵੀ ਕੰਮ ਸਤਿਕਾਰ ਕਰਦੇ ਕਰਦੇ, ਗੁਰਬਾਣੀ ਤੇ ਅਮਲ ਕਰਦੇ ਕਰਦੇ, ਗੁਰਬਾਣੀ ਦਾ ਗਿਆਨ ਹਾਸਲ ਕਰਦੇ ਕਰਦੇ, ਐਜੂਕੇਟ ਹੁੰਦੇ ਹੁੰਦੇ, ਗੁਰਬਾਣੀ ਚੋਂ ਸ਼ਬਦਾਂ ਦਾ ਗਿਆਨ ਲੈਂਦੇ ਲੈਂਦੇ ਉਹਨੂੰ ਪਤਾ ਲੱਗਿਆ ਵੀ ਯਾਰ ਇਹ ਤੇ ਜਪੋ ਤੇ ਇੱਕੋ ਨਾਮਾ ਪਰ ਨਿਰਾਫਲ ਕਾਮਾ, ਇਹ ਤੇ ਨਾਮ ਅਭਿਆਸ ਹੀ ਸਾਰਾ ਕੁਛ ਹੈ। ਮੈਂ ਹੌਲੀ ਹੌਲੀ ਉਹਨੇ ਫਿਰ 15 ਮਿੰਟ 25 ਮਿੰਟ 50 ਮਿੰਟ ਉਹਨੇ ਨਾਮ ਅਭਿਆਸ ਸ਼ੁਰੂ ਕੀਤਾ, ਔਰ ਕਰਤੇ ਪੁਰਖ ਨੇ ਬੜੀ ਛੇਤੀ ਉਹਨੂੰ ਪ੍ਰਕਾਸ਼ ਦੇਤਾ ਆਪਣੇ ਗਿਆਨ। ਫਿਰ ਉਹ ਕਹੇਗਾ ਕਿ ਅਵਰ ਨਾ ਦਿਸੈ ਕਿਸ ਪੂਜ ਚੜਾਈ, ਮੈਨੂੰ ਤੇ ਇਹਦੇ ਸਿਵਾ ਹੋਰ ਕੰਮ ਜਿਹੜਾ ਜਚਦਾ ਹੀ ਨਹੀਂ ਹੈ। ਕੋਈ ਗੁਰਮਤਿ ਚ ਗੱਲ ਹੀ ਨਹੀਂ ਕੀਤੀ ਹੈ, ਤੇ ਮੈਂ ਪੂਜਾ ਕਿਹਨੂੰ ਚੜਾਵਾਂ। ਮਹੱਲੇ ਪੰਜਵੇਂ ਦਾ ਸ਼ਬਦ ਹੈ ਮਨ ਕਹਿ ਅਹੰਕਾਰ ਅਫਾਰਾ। ਉਹ ਕਹਿੰਦੇ ਮਨਾ ਤੂੰ ਕਿਉਂ ਆਫਰਿਆ ਪਿਆ। ਬੜੀ ਬੜੀ ਇਹ ਬੋਲੀ ਮਾਝੇ ਦੀ ਬੋਲੀ ਹੈ, ਉੱਥੇ ਕਿਹਾ ਜਾਂਦਾ ਬੜਾ ਆਫਰਿਆ ਬੰਦਾ। ਇੱਧਰ ਮਾਲਵੇ ਚ ਕਹਿੰਦੇ ਬੜਾ ਆਕੜਿਆ, ਬੜਾ ਹੰਕਾਰੀ ਬੰਦਾ। ਮਨ ਕਹਿ ਅਹੰਕਾਰ ਅਫਾਰਾ, ਉਹ ਕਹਿੰਦੇ ਤੈਨੂੰ ਤੂੰ ਕਿਉਂ ਆਫਰਿਆ ਫਿਰਦਾ, ਕਿਉਂ ਹੰਕਾਰਿਆ ਪਿਆ। ਦੁਰਗੰਧ ਅਪਵਿੱਤਰ ਅਪਾਵਨ ਭੀਤਰੇ, ਜੋ ਦਿਸੈ ਸੋ ਛਾਰਾ। ਤੇਰੇ ਸਰੀਰ ਦੇ ਅੰਦਰ ਬਦਬੋ ਹੈ, ਗੰਧ ਹੈ। ਜਿਹੜਾ ਤੈਨੂੰ ਇਹ ਸਰੀਰ ਦਿਸ ਵੀ ਰਿਹਾ, ਇਹ ਨਾਸ਼ਵੰਤ ਹੈ। ਤੂੰ ਕਿਉਂ ਹੰਕਾਰ ਨਾਲ ਆਫਰਿਆ ਪਿਆ। ਜੋ ਦਿਸੈ ਸੋ ਛਾਰਾ, ਜਿਹੜੀ ਵੀ ਦਿਸਣ ਵਾਲੀ ਚੀਜ਼ ਹੈ ਉਹ ਸਵਾਹ ਹੈ, ਉਹ ਸਵਾਹ ਹੋ ਜਾਣੀ। ਇਸ ਕਰਕੇ ਇਹ ਸ਼ਬਦ ਇੱਥੋਂ ਸ਼ੁਰੂ ਕਰਦੇ, ਪ੍ਰਭਾਤੀ ਮਹੱਲਾ ਪਹਿਲਾ, ਰਾਮ ਨਾਮ ਜਪੇ ਅੰਤਰੇ ਪੂਜਾ। ਹੁਣ ਹੁਣ ਅਸੀਂ ਉਸ ਸਿਸਟਮ ਵੱਲ ਨੂੰ ਵਧਣਾ, ਜਿੱਦਾਂ ਅਸੀਂ ਗੁਰਬਾਣੀ ਪੜ੍ਹਨੀ। ਗੱਲਾਂ ਆਪਾਂ ਸਾਰੀਆਂ ਕਰ ਆਏ ਹਾਂ। ਹੁਣ ਤਕਰੀਬਨ ਸਾਨੂੰ 1.25 ਸਾਲ ਹੋ ਚੱਲਿਆ, ਸਵਾ ਕੁ ਸਾਲ। ਮੇਰਾ ਖਿਆਲ ਕਾਫੀ ਭੁਲੇਖੇ ਆਪਣੇ ਦੂਰ ਹੋ ਚੁੱਕੇ ਨੇ। ਹੁਣ ਰਾਮ ਨਾਮ ਇੱਥੇ ਸਟਾਪ। ਅਕਾਲ ਪੁਰਖ ਦਾ ਨਾਮ ਜਪੇ, ਪੱਪੇ ਨੂੰ ਸਿਹਾਰੀ ਜਪ ਕੇ ਅੰਤਰੇ, ਮੈਂ ਆਪਣੇ ਅੰਦਰ ਹੀ ਪੂਜਾ ਕਰਦਾ। ਕਿਸ ਤਰ੍ਹਾਂ? ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ। ਅਵਰ ਨਹੀਂ ਦੂਜਾ, ਹੋਰ ਕੋਈ ਕੰਮ ਹੀ ਨਹੀਂ ਮੈਨੂੰ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਹੋਰ ਕਿਸੇ ਕੰਮ ਨੂੰ ਕੋਈ ਫਲ ਹੀ ਨਹੀਂ ਲੱਗਣਾ, ਤੇ ਮੈਂ ਉਹਨੂੰ ਕਿਉਂ ਕਰਾਂ, ਕਿਉਂ ਆਪਣਾ ਟਾਈਮ ਜ਼ਾਇਆ ਕਰਾਂ। ਇਸ ਕਰਕੇ ਆਪਣੇ ਅੰਦਰ ਉਸ ਗੁਰੂ ਦੇ ਸ਼ਬਦ ਨੂੰ ਟਿਕਾ ਕੇ ਰੱਖਣਾ। ਅੱਠੋਂ ਪਹਿਰ ਵਿਚਾਰ। ਵਿਚਾਰ ਇਹ ਨਹੀਂ ਵੀ ਆਪਾਂ ਵਿਚਾਰਾਂ ਕਰਨ ਬਹਿ ਜੀ। ਇਹ ਸਨਾਤਨੀ ਮਤ ਸੀ। ਇਹ ਚੋਟ ਮਾਰੀ ਬਾਬੇ ਨਾਨਕ ਨੇ ਉਸ ਤੇ ਕਿ ਮੇਰੀ ਜੇ ਕੋਈ ਵਿਚਾਰ ਹੈ,
ਉਹ ਸ਼ਬਦ ਦੀ ਵਿਚਾਰ ਹੈ। ਮੈਂ ਸ਼ਬਦ ਨੂੰ ਹੀ ਬੋਲ ਹਰ ਨਾਮ ਸਫਲ ਸਾ ਕਰੀ। ਮੈਂ ਸ਼ਬਦ ਨੂੰ ਹੀ ਬੋਲ ਕੇ ਜਪ ਜਪ ਨਾਮ ਗੋਬਿੰਦ का पूर्ण विचार। क्लियर हो गया। कितनी ਉੱਚੀ ਤੇ ਸੁੱਚੀ ਗੱਲ ਆ ਗਈ। ਮੈਨੂੰ ਸਿਰਫ ਗੁਰੂ ਸ਼ਬਦ ਦੀ ਵਿਚਾਰ ਵਾਹਿਗੁਰੂ 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 ਗੁਰੂ ਦੀ ਸ਼ਬਦ ਦੀ ਵਿਚਾਰ ਹੀ ਪੂਜਾ ਹੈ। ਉਸ ਤੋਂ ਸਿਵਾਏ ਕੋਈ ਕੰਮ ਹੀ ਨਹੀਂ ਹੈ। ਉਸ ਤੋਂ ਸਿਵਾਏ ਕੋਈ ਚੀਜ਼ ਪ੍ਰਵਾਨ ਹੀ ਨਹੀਂ ਹੈ ਉਸ ਅਕਾਲ ਪੁਰਖ ਦੇ ਦਾਤੇ। ਉਸ ਤੋਂ ਸਿਵਾਏ ਸਾਰਾ ਕੁਛ ਸਵਾ ਹੈ। ਜੋ ਦਿਸੈ ਸੋ ਛਾਰ। ਦੂਜੀ ਚੀਜ਼ ਹੀ ਨਹੀਂ ਕੋਈ। ਫਿਰ ਪੜ੍ਹ ਲਓ, ਰਾਮ ਨਾਮ ਜਾਪੇ ਅੰਤਰੇ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ। ਕਿਉਂ? ਕਿਉਂਕਿ ਇੱਕੋ ਰੱਬ ਰਹਿਆ ਸਭ ਠਾਈ। ਉਸ ਸ਼ਬਦ ਦਾ ਹੀ ਪਸਾਰਾ ਹੈ ਤਿੰਨਾਂ ਭਵਨਾਂ ਵਿੱਚ, ਤਿੰਨਾਂ ਲੋਕਾਂ ਵਿੱਚ। ਉਸ ਸ਼ਬਦ ਦਾ ਹੀ ਪਸਾਰਾ ਹੈ। ਅਵਰ ਨਾ ਦਿਸੈ ਕਿਸ ਪੂਜ ਚੜਾਈ। ਹੋਰ ਤੇ ਕੱਖ ਹੈ ਹੀ ਨਹੀਂ। ਮੈਨੂੰ ਨਜ਼ਰ ਹੀ ਨਹੀਂ ਆ ਰਿਹਾ ਹੋਰ ਕੁਛ। ਮੈਂ ਆਪਣੀ ਪੂਜਾ ਕਿਹਨੂੰ ਚੜਾਵਾਂ? ਇਸ ਕਰਕੇ ਮੈਂ ਨਾਮ ਜਪ ਕੇ ਹੀ ਆਪਣੀ ਪੂਜਾ ਕਰਦਾ ਹਾਂ। ਨਾਮ ਜਪ ਕੇ ਹੀ ਮੈਂ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦਾ, ਅਰਦਾਸ ਕਰਦਾ ਹਾਂ। ਨਾਮ ਜਪ ਕੇ ਹੀ ਮੈਂ ਉਹਦੇ ਅੱਗੇ ਪਹੁੰਚ ਕਰਦਾ ਹਾਂ। ਨਾਮ ਜਪ ਕੇ ਹੀ ਮੈਂ ਉਹਦੇ ਦਰਸ਼ਨ ਤੱਕ, ਉਹਦੇ ਰੂਪ ਤੱਕ ਪਹੁੰਚਦਾ ਹਾਂ। ਨੰਬਰ 2, ਮਨ ਤਨ ਆਗੈ ਜਿਹੜਾ ਤੁਝ ਪਾਸ। ਜਿਉ ਭਾਵੈ ਤਿਉ ਰੱਖੋ ਅਰਦਾਸ। ਹੁਣ ਇੱਥੇ ਅਰਥ ਜਿਹੜੇ ਕੀਤੇ ਹੈ, ਠੀਕ ਹੈ, ਉਹ ਅਸੀਂ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰਦੇ, ਪ੍ਰਵਾਨ ਹੈ। ਅਸੀਂ ਵੀ ਇਹੋ ਕੁਛ ਪੜ੍ਹ ਕੇ ਇਹ ਇੱਥੋਂ ਹੈਲਪ ਲੈ ਕੇ ਆਪਾਂ ਆਏ ਆ ਇੱਥੇ। ਸੋ ਉਸ ਸਰਬ ਵਿਆਪਕ ਦੇ ਅੱਗੇ ਮਨ ਕਰਕੇ, ਤਨ ਕਰਕੇ ਸਮਰਪਣ ਹੋਣਾ, ਟੋਟਲ ਸਰੈਂਡਰ ਕਰਨਾ। ਟੋਟਲ ਸਰੈਂਡਰ। ਮਨ ਤਨ ਆਗੇ ਦਾ ਮਤਲਬ ਹੈ ਟੋਟਲ ਹੱਥ ਖੜੇ ਕਰ ਦੇਣੇ ਬਸ। ਕੋਈ ਜਦੋਂ ਆਪਾਂ ਸਰੈਂਡਰ ਕਰ ਦਈਏ ਤੇ ਸਾਰਾ ਕੁਝ ਖਤਮ ਹੈ, ਵੀ ਮੇਰਾ ਤੇ ਕੁਝ ਹੈ ਹੀ ਨਹੀਂ। ਜਿਉ ਭਾਵ ਹੈ ਤਿਉ ਰੱਖੋ ਅਰਦਾਸ। ਮੈਂ ਕੰਪਲੀਟ ਸਰੈਂਡਰ ਕਰਦਾ ਹਾਂ ਅਕਾਲ ਪੁਰਖ ਤੇਰੇ ਅੱਗੇ। ਮੇਰਾ ਤਨ ਮਨ ਤੇਰੇ ਅੱਗੇ ਹੈ, ਕਿਉਂਕਿ ਮੇਰੀ ਕੋਈ ਤਾਕਤ ਹੀ ਨਹੀਂ ਹੈ ਮੈਂ ਤੇਰੇ ਅੱਗੇ ਕੋਈ ਜ਼ੋਰ ਚਲਾ ਸਕਾਂ। ਜਿਵੇਂ ਤੇਰੀ ਰਜ਼ਾ ਹੈ ਉਵੇਂ ਮੈਨੂੰ ਰੱਖ, ਕਿਉਂਕਿ ਉਹ ਸਰਬ ਵਿਆਪੀ ਹੈ। ਹਰ ਚੀਜ਼ ਉਹਦੇ ਵੱਸ ਹੈ, ਹਰ ਵਸਤੂ ਉਹਦੇ ਵੱਸ ਹੈ। ਇਸ ਕਰਕੇ ਮਨ ਤਨ ਕਰਕੇ ਆਪਾਂ ਸਮਰਪਣ ਕਰਨਾ। ਕਿਉਂ? ਮਨ ਤਨ ਕਰਕੇ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ। ਜਿਉ ਭਾਵ ਹੈ ਤਿਉ ਰੱਖੋ ਅਰਦਾਸ। ਕਿਉਂ? ਕਿਉਂਕਿ ਏਕੋ ਰੱਬ ਰਹਿਆ ਸਭ ਠਾਈ। ਅਵਰ ਨ ਦਿਸੈ ਕਿਸ ਪੂਜ ਚੜਾਈ। ਨੰਬਰ 3, ਸੱਚ ਜਿਹਵਾ ਹਰ ਰਸਮ ਰਸਾਈ। ਸੱਚ ਦੇ ਚੱਚੇ ਨੂੰ ਔਂਕੜ ਜਿੱਥੇ ਵੀ ਆ ਜੇ, ਉਹ ਹੈ ਨਾਮ, ਉਹ ਹੈ ਸ਼ਬਦ, ਕਰਤੇ ਪੁਰਖ ਦਾ, ਅਕਾਲ ਪੁਰਖ ਦਾ ਨਾਮ। ਮੈਂ ਆਪਣੀ ਰਸਨਾ ਦੇ ਨਾਲ ਉਸ
ਸਰਬ-ਵਿਆਪੀ ਅਕਾਲ ਪੁਰਖ ਦਾ ਨਾਮ ਜਪਦਾ ਹਾਂ, ਜੀਭ ਦੇ ਨਾਲ ਰਸਨ, ਔਰ ਉਦੋਂ ਤੱਕ ਜਪਾਂਗਾ ਜਦੋਂ ਤੱਕ ਇਹਦੇ 'ਚ ਰਸ ਨਹੀਂ ਉਤਰ ਆਉਂਦਾ। ਸੱਚ ਜਿਹਵਾ ਹਰ ਰਸਮ ਰਸਾਈ। ਜੀਭ ਦੇ ਨਾਲ, ਰਸਨਾ ਦੇ ਨਾਲ ਉਦੋਂ ਤੱਕ ਨਾਮ ਜਪਣਾ ਹੈ ਜਦੋਂ ਤੱਕ ਇਹਦੇ 'ਚ ਰਸ ਨਾ ਉਤਰ ਆਵੇ। ਗੁਰਮਤਿ ਛੂਟ ਸੇ ਪ੍ਰਭ ਸ਼ਰਨਾਈ। ਇਹੀ ਗੁਰਮਤਿ ਸਾਨੂੰ ਦ੍ਰਿੜਾਉਂਦੀ ਹੈ, ਗੁਰੂ ਦੀ ਮੱਤ ਇਹੀ ਦ੍ਰਿੜਾਉਂਦੀ ਹੈ ਕਿ ਸ਼ਰਨ ਪਿਆਂ ਹੀ ਸਾਡਾ ਜਿਹੜਾ ਛੁਟਕਾਰਾ ਹੋਣਾ ਹੈ। ਇਸ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਹੁਣ ਗੁਰੂ ਦੀ ਸ਼ਰਨ ਕੀ ਹੈ? ਸਤਿਗੁਰ ਕੀ ਸ਼ਰਨਾਈ ਭਜ ਪਉ ਮੇਰੇ ਮਨਾ, ਗੁਰ ਸਤਿਗੁਰ ਪਿਛੈ ਛੁੱਟੀਐ। ਗੁਰੂ ਦੀ ਸ਼ਰਨ ਦੀ ਗੱਲ ਕਰੀਏ, 100 ਗੱਲਾਂ ਦੀ ਇੱਕ ਗੱਲ ਕਿ ਬੇਨਤੀ ਰੂਪ ਹੋ ਕੇ ਕੰਪਲੀਟ ਸਰੈਂਡਰ ਕਰਕੇ ਉਸ ਅਕਾਲ ਪੁਰਖ ਦੀ ਇਬਾਦਤ ਕਰਨਾ ਹੀ ਸ਼ਰਨਾਈ ਹੈ। ਹੋਰ ਕਿਤੇ ਜਾ ਕੇ ਆਪਾਂ ਕਹੀਏ ਵੀ ਸ਼ਰਨ 'ਚ ਆ ਗਏ ਹਾਂ ਗੁਰੂ ਦੀ, ਸੰਭਵ ਨਹੀਂ ਹੈ, ਕਿਉਂਕਿ ਉਹ ਤੇ ਸਰਬ ਵਿਆਪੀ ਹੈ। ਰਹਾਉ 'ਚ ਗੱਲ ਹੀ ਇਹ ਕੀਤੀ ਹੈ ਕਿ ਇੱਕੋ ਰਵ ਰਹੇ ਸਭ ਠਾਈ, ਅਵਰ ਨਾ ਦੀਸੈ ਕਿਸ ਪੂਜ ਚੜਾਈ। ਰਹਾਉ ਹੁਣ ਕਰਮ ਧਰਮ ਪ੍ਰਭ ਮੇਰਾ ਕੀਏ। ਇਹ ਇੱਕ ਤਰੀਕਾ ਹੈ, ਇਹਨੂੰ ਸਮਝਣਾ ਚੀਜ਼ ਨੂੰ ਚੰਗੀ ਤਰ੍ਹਾਂ। ਇਹ ਨਹੀਂ ਹੈ ਕਿ ਕਰਮ ਧਰਮ ਉਸ ਅਕਾਲ ਪੁਰਖ ਨੇ ਬਣਾਏ ਨੇ ਕਿ ਹਾਂਜੀ ਆਹ ਕੰਮ ਜਿਹੜਾ ਹੈ ਤੁਹਾਡਾ ਹੋ ਜਾਏਗਾ, ਤੁਸੀਂ ਮੈਨੂੰ ਸਿਰਫ ਇੱਕ ਗਾਂ ਦਾ ਦਾਨ ਦੇ ਦਿਓ। ਉਹ ਮੁੜ ਕੇ ਬਾਹਮਣ ਨੇ ਪੀ ਪੀ ਕੇ ਦੁੱਧ ਉਹਦਾ ਚੋ ਚੋ ਕੇ ਢਿੱਡ ਵਧਾ ਲਿਆ। ਅੱਛਾ ਆਹ ਕੰਮ ਹੈ, ਇਹ ਜੀ ਏਦਾਂ ਕਰੋ, ਆਪਣੀ ਇਸਤਰੀ ਨੂੰ ਜਿੱਦਣ ਵਿਆਹ ਹੋਏਗਾ ਤੁਹਾਡਾ ਪਹਿਲੀ ਰਾਤ ਉਹਨੂੰ ਮੇਰੇ ਕੋਲ ਛੱਡੋ। ਇਹ ਹੁੰਦਾ ਰਿਹਾ ਏਦਾਂ ਸੁਸਾਇਟੀ 'ਚ, ਇਹ ਗੱਲਾਂ ਐਵੇਂ ਨਹੀਂ ਕਰ ਰਹੇ ਅਸੀਂ, ਹੁੰਦਾ ਰਿਹਾ ਸੁਸਾਇਟੀ 'ਚ। ਹਿੰਦੁਸਤਾਨ ਦਾ ਇਤਿਹਾਸ, ਸਨਾਤਨ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਔਰ ਇਹ ਅਕਾਲ ਪੁਰਖ ਨੇ ਨਹੀਂ ਕੀਤਾ ਨਾ। ਇੱਥੇ ਲਿਖਿਆ ਮੇਰੇ ਪ੍ਰਮਾਤਮਾ ਨੇ ਹੀ ਕਰਮਕਾਂਡ ਬਣਾਏ। ਨਹੀਂ ਨਹੀਂ ਨਹੀਂ, ਉਹ ਇਹਨੂੰ ਇਹ ਕਿੱਦਾਂ ਹੋ ਸਕਦਾ ਕਿ ਉਹ ਇਹ ਚੀਜ਼ਾਂ ਬਣਾਊਗਾ ਨਾ। ਉਹ ਕੀ ਹੈ ਕਿ ਸਾਡੀ ਮੱਤ ਤੇ ਹੀ ਪੜਦਾ ਪੈ ਜਾਊਗਾ, ਅਸੀਂ ਉਹਨਾਂ ਨੂੰ ਹੀ ਕਰਮ ਧਰਮ ਨੂੰ ਤਰਜੀਹ ਦੇ ਦੇਵਾਂਗੇ, ਉਸ ਨੂੰ ਹੀ ਸਾਰਾ ਕੁਝ ਸਮਝ ਲਾਂਗੇ। ਪ੍ਰਭ ਮੇਰਾ ਦੋ ਲਾਵਾਂ ਨੇ, ਮੇਰੇ ਅੰਦਰ ਐਸੀ ਮੱਤ ਪੈਦਾ ਹੋਈ ਹੈ ਕਿ ਐਸੀ ਮੱਤ ਉਪਜੀ ਹੈ ਕਿ ਮੈਂ ਉਸੇ ਨੂੰ ਸਾਰਾ ਕੁਝ ਸਮਝੀ ਬੈਠਾ ਹਾਂ। ਹੁਣ ਇਹ ਚੀਜ਼ ਨੂੰ ਫੋਲੋ ਕਰਿਓ। ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਸਕਸੈਸਫੁਲ ਹਾਂ ਤੁਹਾਨੂੰ ਇਹ ਗੱਲ ਦੱਸਣ ਦੇ ਵਿੱਚ। ਇੱਕ ਵਾਰ ਮੈਂ ਫੇਰ ਰਿਪੀਟ ਕਰਦਾ ਕਿ ਕਰਮ ਧਰਮ ਪ੍ਰਭ ਮੇਰੇ ਕੀਏ, ਮੇਰਾ ਦੋ ਲਾਵਾਂ ਨੇ। ਨਾਰਮਲੀ ਪਾਠ ਕਰਦੇ ਕਰਦੇ ਕਰਮ ਧਰਮ ਪ੍ਰਭ ਮੇਰੇ ਕੀਏ ਹੀ ਪੜ ਜਾਂਦੇ ਆ। ਉਹ ਤਾਈਓ ਤੇ ਅਰਥ ਆਏ ਨੇ ਮੇਰੇ ਪ੍ਰਮਾਤਮਾ ਨੇ ਹੀ ਕਰਮਕਾਂਡ ਬਣਾਏ ਨੇ। ਨਹੀਂ, ਉਹਨੇ ਥੋੜਾ ਇੰਨੇ ਭੈੜੇ ਵੀ, ਜਿਹੜਾ ਕੋਈ ਕੰਨ ਨਾਲ ਅਕਾਲ ਪੁਰਖ ਦਾ ਨਾਮ ਸੁਣ ਲਏ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ। ਇਹ ਅਕਾਲ ਪੁਰਖ ਨੇ ਬਣਾਈ ਹੈ ਚੀਜ਼। ਜਿਹੜਾ ਕੋਈ ਜੀਭ ਦੇ ਨਾਲ ਨਾਮ ਜਪ ਲੈਂਦਾ ਸੀ, ਉਹਦੀ ਰਸਨਾ, ਜੀਭ ਉਹਦੀ ਭਰੀ ਲੋਕਾਈ ਦੇ ਵਿੱਚ ਉਹਦੀ ਰਸਨਾ ਕੱਟ ਦਿੱਤੀ ਜਾਂਦੀ ਸੀ। ਇਹ ਅਕਾਲ ਪੁਰਖ ਨੇ ਬਣਾਈਆਂ ਨੇ ਚੀਜ਼ਾਂ।
ਨਾ, ਅਕਾਲ ਪੁਰਖ ਨੇ, ਪਰਮਾਤਮਾ ਨੇ ਸਾਡੀ ਮੱਤ ਓਦਾਂ ਦੀ ਬਣਾਈ ਹੈ, ਸਾਨੂੰ ਓਦਾਂ ਦੀ ਮੱਤ ਦੇ ਦਿੱਤੀ ਹੈ ਕਿ ਅਸੀਂ ਉਹਨਾਂ ਨੂੰ ਸਮਝ ਲਿਆ ਕਿ ਇਹੀ ਜਿਹੜਾ ਧਰਮ ਹੈ, ਇਹੀ ਸਭ ਕੁਛ ਹੈ। ਨਾਮ, ਵਡਾਈ, ਸਿਰ, ਕਰਮਾ ਕੀ ਹੈ। ਹੁਣ ਇਹਨੂੰ ਪੜ੍ਹ ਲਓ ਸਿਰ। ਨਾ, ਹੁਣ ਇਹਨੂੰ ਜੇ ਸਿਰ ਪੜ੍ਹ ਲਿਆ ਤੇ ਇਹ ਜੋ ਅਰਥ ਕੀਤੇ ਆ ਠੀਕ ਹੈ। ਪ੍ਰਭੂ 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 ਨੇ ਹੀ ਨਾਮ ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ। ਨਾ, ਜਿਹੜੀ ਨਾਮ ਵਡਾਈ ਹੈ, ਉਹ ਸਿਰੇ ਦਾ ਕਰਮ ਹੈ, ਸਿਰੇ ਦਾ। ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹ ਜਿਹੜੀ ਨਾਮ ਦੀ ਵਡਾਈ ਹੈ, ਇਹਨੂੰ ਸਭ ਤੋਂ ਉੱਚਾ ਰੱਖਿਆ ਹੈ। ਤੇ ਦੂਜੇ ਪਾਸੇ ਜਿਹੜੀ ਮੇਰੀ ਮੱਤ ਹੈ, ਉਹ ਮੱਤ ਤੇ ਐਸਾ ਪਰਦਾ ਪਾਤਾ ਕਿ ਮੈਂ ਉਹਨੂੰ ਕਰਮ ਧਰਮ ਨੂੰ ਹੀ ਸਾਰਾ ਕੁਝ ਸਮਝੀ ਬੈਠਾ। ਆ ਇੰਨਾ ਸੌਖਾ ਸ਼ਬਦ ਹੈ, ਰਹਾਉ ਦੀ ਤੁਕ ਹੈ ਸ਼ਬਦ ਦੀ, ਔਰ ਬਾਬੇ ਨਾਨਕ ਦਾ ਸ਼ਬਦ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਕਰੀ ਜਾਓ, ਲੱਖ ਕਰੀ ਜਾਓ, ਕਿਸੇ ਕੰਮ ਨੂੰ ਫਲ ਨਹੀਂ ਲੱਗੇਗਾ। ਕਿਸੇ ਕੰਮ ਨੂੰ ਫਲ ਨਹੀਂ ਲੱਗੇਗਾ। ਕਿਉਂ? ਏਕੋ ਰਵ ਰਹਿਆ ਸਭ ਠਾਈ, ਅਵਰ ਨਾ ਦੀਸੈ ਕਿਸ ਪੂਜ ਚੜਾਈ। ਜੇ ਬਾਹਰ ਮੰਨ ਲਿਆ, ਬਾਹਰ ਹੀ ਮੁਖੀ ਅਸੀਂ ਥਾਂ ਨੂੰ ਅਹਿਮੀਅਤ ਦੇਤੀ ਜਾਂ ਹੋਰ ਕਿਸੇ ਚੀਜ਼ ਨੂੰ ਅਹਿਮੀਅਤ ਦੇਤੀ, ਅਸੀਂ ਟਪਲਾ ਖਾ ਜਾਾਂਗੇ। ਅਸੀਂ ਉਹਦੀ ਪੂਜਾ ਕਰਦੇ ਰਵਾਂਗੇ ਸਾਰੀ ਉਮਰ, ਜਿੱਦਾਂ ਅਸੀਂ ਕਰਦੇ ਆ ਰਹੇ ਹਾਂ ਪਿਛਲੇ 100, 200, 300 ਸਾਲਾਂ ਤੋਂ। ਬਾਬੇ ਨਾਨਕ ਦੀਆਂ ਗੱਲਾਂ ਜਿਹੜੀਆਂ ਅਸੀਂ ਉਹ ਬੜੇ ਸੁੰਦਰ ਕਢਾਈ ਵਾਲੇ ਰੁਮਾਲਿਆਂ ਦੇ ਥੱਲੇ ਨੱਪ ਦਿੱਤੀਆਂ ਨੇ, ਕੰਬਲਾਂ ਦੇ ਥੱਲੇ ਨੱਪ ਦਿੱਤੀਆਂ ਨੇ। ਪੜਿਆ ਹੀ ਨਹੀਂ। ਆਓ ਜੀ ਅੱਗੇ। ਹੁਣ ਚੌਥਾ ਪਦਾ ਸਾਡਾ ਹੋ ਗਿਆ। ਪੰਜਵਾਂ ਪਦਾ, ਸਤਿ ਗੁਰ ਕੈ ਵਾਸੇ ਚਾਰੇ ਪਦਾਰਥ। ਹੁਣ ਚਾਰੇ, ਹਮੇਸ਼ਾ ਰਾਰੇ ਨੂੰ ਸਿਹਾਰੀ ਹੋਊਗੀ। ਚਾਰੇ, ਟੋਟਲ ਐਵਰੀਥਿੰਗ। ਜੇ ਪਦਾਰਥਾਂ ਦੀ ਗੱਲ ਕਰਨੀ ਹੈ, ਚਾਰੇ ਹੀ ਸਤਿਗੁਰ ਕੈ ਵਾਸੇ। ਉਹ ਗੁਰੂ ਦੇ ਇਖਤਿਆਰ ਦੇ ਵਿੱਚ ਨੇ, ਗੁਰੂ ਦੇ ਹੁਕਮ ਦੇ ਵਿੱਚ ਨੇ, ਗੁਰੂ ਦੇ ਵਸ ਨੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਹੁਣ ਇਹ ਚਾਰ ਪਦਾਰਥ ਬਾਹਰ ਜੇ ਮੰਨ ਲਾਂਗੇ ਤਾਂ ਉਹ ਅਰਥ ਠੀਕ ਨੇ। ਜਿਸ ਤਰ੍ਹਾਂ ਹੈ, ਅਸੀਂ ਕਿਸੇ ਨੂੰ ਨਹੀਂ ਥੋਪਦੇ ਵੀ ਭਾਈ ਤੂੰ ਇਹ ਨਹੀਂ ਪੜ੍ਹਨੇ। ਉਹਨਾਂ ਦੀ ਆਪਣੀ ਮਰਜ਼ੀ ਹੈ। ਜੇ ਉਹ ਇੱਥੇ ਟਿਕਦੇ ਨੇ, ਇਹ ਅਰਥ ਉਹਨਾਂ ਨੂੰ ਪਰਮਾਤਮਾ ਦੇ ਨੇੜੇ ਕਰਦੇ ਨੇ, ਤੇ ਉਹਨਾਂ ਨੂੰ ਮੁਬਾਰਕ ਹੈ। ਉਹ ਇੱਥੇ ਇਸੇ ਚੀਜ਼ ਨੂੰ ਸਮਝ ਲੈਣ। ਧਰਮ, ਅਰਥ, ਕਾਮ, ਮੋਖ। ਅੱਛਾ, ਜਿਹੜਾ ਹੁਣ ਧਰਮ ਦੀ ਗੱਲ ਕੀਤੀ ਹੈ, ਉਹ ਕਰਮ ਧਰਮ ਦੀ ਗੱਲ ਕੀਤੀ ਹੈ, ਉੱਤੇ ਪੜ੍ਹ ਲਓ। ਜਿਹੜਾ ਅਰਥ ਹੈ, ਉਹ ਹੈ ਵੈਲਥ, ਪੂੰਜੀ। ਪੂੰਜੀ ਨਾਲ ਵਾਹ ਵਾਸਤਾ ਹੀ ਕੋਈ ਨਹੀਂ ਹੈ। ਫਿਰ ਕਾਮ, ਇਹ ਸਾਨੂੰ ਸਾਰਿਆਂ ਨੂੰ ਪਤਾ। ਮੋਖ, ਇਹ ਵੀ ਸਨਾਤਨ ਦੇ ਵਿੱਚ ਦਿਸਣ ਵਾਲਾ ਮੋਖ ਹੁੰਦਾ ਸੀ। ਸਿਰ ਕਰਵੱਤ ਧਰਾਏ, ਉਹ ਉੱਥੇ ਆਪਣਾ ਬਨਾਰਸ ਦੇ ਅੰਦਰ ਇੱਕ ਆਰਾ ਹੁੰਦਾ ਸੀ। ਹੋਰ ਵੀ ਕਈ ਚੀਜ਼ਾਂ ਸੀਗੀਆਂ, ਬਟ ਇਹਦਾ ਜ਼ਿਕਰ ਖਾਸ ਤੌਰ ਤੇ ਕੀਤਾ ਮਹੱਲੇ ਪਹਿਲੇ ਨੇ ਵੀ, ਮਹੱਲੇ ਪੰਜਵੇਂ ਨੇ ਵੀ ਆਪਣੇ ਸ਼ਬਦਾਂ 'ਚ। ਸਿਰ ਕਰਵੱਤ ਧਰਾਏ। ਉਹ ਖੂਹ ਦੇ ਵਿੱਚ ਆਰਾ ਲੱਗਾ, ਔਰ ਜਿਉਂਦੇ ਜੀ ਉੱਤੇ ਛਾਲ ਮਾਰ ਦਿੰਦੇ ਸੀ, ਮੁਕਤ ਹੋਣ ਖਾਤਰ, ਮੁਕਤ ਹੋਣ ਵਾਸਤੇ। ਸਤਿਗੁਰ ਕੈ ਵਸ ਚਾਰ ਪਦਾਰਥ। ਹੁਣ ਇਹ ਜਿਹੜੇ ਚਾਰ ਪਦਾਰਥ ਨੇ, ਇਹ ਅਲੱਗ-ਅਲੱਗ ਗੁਰਬਾਣੀ 'ਚ
ਇਹਨਾਂ ਦੇ ਸ਼ਬਦ ਨੇ, ਉਹ ਸੰਗਤ ਨੇ ਆਪ ਖੋਜ ਕਰਨੀ ਹੈ। ਜਨਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਨਾਮ ਪਦਾਰਥ। ਅੱਛਾ, ਪਹਿਲਾਂ ਆਪਾਂ ਸੁਖਮਨੀ, ਗੌੜੀ ਸੁਖਮਨੀ ਦੇ ਵਿੱਚੋਂ ਇੱਕ ਪਦਾ ਪੜ੍ਹ ਕੇ ਆਏ ਹਾਂ, ਚਾਰੇ ਪਦਾਰਥ ਜੇਕੋ ਮੰਗੈ ਸਾਧ ਜਿਨ੍ਹਾਂ ਕੀ ਸੇਵਾ ਲਾਗੈ। ਹੁਣ ਜੇ ਆਪਾਂ ਦੁਨਿਆਵੀ ਵਸਤਾਂ ਵਾਸਤੇ ਸੇਵਾ ਕਰਾਂਗੇ ਤੇ ਅਸੀਂ ਅਟੈਚਮੈਂਟ ਚੋਂ ਮੁਕਤ ਹੀ ਨਹੀਂ ਹੋਵਾਂਗੇ ਕਦੇ। ਕਿੱਦਾਂ ਹੋ ਜਾਏਗਾ ਮੋਖ? ਅਸੀਂ ਦਿਸਣ ਵਾਲਾ ਧਰਮ ਜਿਹੜਾ ਹੈ ਉਹ ਅਪਣਾਇਆ, ਕਿੱਦਾਂ ਹੋ ਜਾਾਂਗੇ ਅਸੀਂ? ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਦੇਖੋ ਤੇ ਸਹੀ ਇੰਪੋਰਟੈਂਸ ਕਿਹੜੀ ਚੀਜ਼ ਦੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਜਿੰਨੀ ਤੌਫੀਕ, ਜਿੰਨੀ ਸਮਝ ਵਾਹਿਗੁਰੂ ਨੇ ਬਖਸ਼ੀ ਹੈ, ਉਸ ਹਿਸਾਬ ਨਾਲ ਹੀ ਆਪਾਂ ਗੱਲ ਕਰਨੀ। ਦੂਸਰੀ ਬੇਨਤੀ ਇਹ ਹੈ ਕਿ ਜੇਕਰ ਸਾਨੂੰ ਉਹ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਮੰਨ ਕੇ ਅਸੀਂ ਪਰਮਾਤਮਾ ਦੇ ਨੇੜੇ ਹੋ ਰਹੇ ਹਾਂ ਤੇ ਵੈਲ ਐਂਡ ਗੁੱਡ, ਬਹੁਤ ਵਧੀਆ ਹੈ। ਜੇ ਅਸੀਂ ਫਿਰ ਵੀ ਅਸੀਂ ਨਾਮ ਅਭਿਆਸ ਕਰ ਰਹੇ ਹਾਂ, ਸਾਡਾ ਮਨ ਟਿਕ ਰਿਹਾ, ਬਹੁਤ ਵਧੀਆ। ਸਤਿਗੁਰ ਕੈ ਵਸ ਚਾਰ ਪਦਾਰਥ, ਚਾਰੇ, ਜਨਮ ਵੀ, ਗਿਆਨ ਵੀ, ਮੁਕਤ ਵੀ ਤੇ ਨਾਮ ਵੀ। ਇਹ ਉਸ ਕਰਤੇ ਪੁਰਖ ਦੇ ਵਸ ਨੇ, ਉਸ ਕਰਤੇ ਪੁਰਖ ਦੇ ਹੁਕਮ ਚ ਨੇ। ਤੀਨੇ ਸਮਾਏ ਏਕ ਕਿਰਤਾਰਥ। ਉਹ ਕਰਤਾ ਪੁਰਖ ਜਿਹੜਾ ਤਿੰਨਾਂ ਭਵਨਾਂ ਵਿੱਚ ਸਮਾਇਆ ਪਿਆ ਹੈ, ਤੀਨੇ ਸਮਾਏ, ਤਿੰਨਾਂ ਭਵਨਾਂ ਵਿੱਚ ਜਿਹੜਾ ਸਮਾਇਆ ਹੈ ਉਹ ਇੱਕ, ਔਰ ਉਸੇ ਇੱਕ ਦੀ ਕਿਰਪਾ ਦੇ ਨਾਲ, ਉਸੇ ਇੱਕ ਦੇ ਕਿਰਤਾਰਥ ਦੇ ਨਾਲ ਅਸੀਂ ਇਹ ਪਦਾਰਥ ਹਾਸਲ ਕਰਦੇ ਹਾਂ। ਇਸ ਕਰਕੇ ਹੈ ਸਤਿਗੁਰ ਕੈ ਵਾਸੇ ਚਾਰੇ ਪਦਾਰਥ, ਤੀਨੇ ਸਮਾਏ ਏਕ ਕਿਰਤਾਰਥ। ਉਹ ਇੱਕ ਕਰਤਾ ਪੁਰਖ ਹੈ ਜਿਹਦੀ ਕਿਰਪਾ ਦੇ ਨਾਲ, ਉਹ ਕਰਤਾ ਪੁਰਖ ਹੈ ਜਿਹੜਾ ਤਿੰਨਾਂ ਭਵਨਾਂ ਵਿੱਚ ਸਮਾਇਆ ਪਿਆ ਹੈ। ਉਸ ਦੇ ਕਿਰਤਾਰਥ ਦੇ ਨਾਲ ਸਾਨੂੰ ਇਹ ਚਾਰ ਪਦਾਰਥ ਮਿਲਦੇ ਨੇ। ਰਹਾਉ ਦੀ ਤੁਕ ਤੇ ਮੁੜ ਕੇ ਆਓ। ਇੱਕੋ ਰਵ ਰਹਿਆ ਸਭ ਠਾਈ, ਅਵਰ ਨਾ ਦਿਸੈ ਕਿਸ ਪੂਛ ਚੜਾਈ। ਹੁਣ ਤੀਨੇ ਸਮਾਏ, ਹੁਣ ਇਹਨੂੰ ਜਿਹੜੇ ਇਹਦੇ ਮੀਨਿੰਗਸ ਕੀਤੇ ਗਏ ਨੇ, ਉਹ ਹੈ ਗੁਰੂ ਦੀ ਸ਼ਰਨ ਪਿਆ। ਤਿੰਨੇ, ਇਹਨੂੰ ਤਿੰਨ ਉਸ ਅਕਾਲ ਪੁਰਖ ਦੀ ਨਹੀਂ। ਅਸੀਂ ਰਹਾਉ ਨੂੰ ਬੇਨਤੀ ਕਰਦੇ ਆ ਰਹੇ ਹਾਂ ਕਿ ਰਹਾਉ ਮੁੱਖ ਰੱਖਣਾ ਹੈ। ਸੋ ਇਹਨੂੰ ਤੀਨੇ ਪੜ੍ਹਨਾ ਹੈ। ਤਿੰਨਾਂ ਭਵਨਾਂ ਦੇ ਵਿੱਚ ਜਿਹੜਾ ਸਮਾਇਆ, ਜਿਹਦੀ ਇੱਕ ਦੀ ਗੱਲ ਕੀਤੀ ਗਈ ਹੈ, ਰਹਾਉ ਦੀ ਤੁਕ ਦੇ ਵਿੱਚ ਇੱਕੋ ਰਵ ਰਹਿਆ ਸਭ ਠਾਈ। ਇਹਨੂੰ ਮੁੱਖ ਰੱਖ ਕੇ ਆਪਾਂ ਸ਼ਬਦ ਨੂੰ ਸਮਝਣਾ ਹੈ। ਤੀਨੇ ਸਮਾਏ ਏਕ ਕਿਰਤਾਰ। ਅੱਗੇ ਚੱਲ, ਸਤਿਗੁਰ ਦੀਏ ਮੁਕਤ ਧਿਆਨਾ। ਹੁਣ ਮਾਇਆ ਤੋਂ ਉਸ ਅਕਾਲ ਪੁਰਖ ਨੇ ਖਲਾਸੀ ਬਖਸ਼ੀ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਸਾਧ ਜਨ ਸ਼ਬਦ ਹੈ, ਸਾਧ ਜਨ ਕੋਈ ਬੰਦਾ ਨਹੀਂ ਹੈ।
ਜੇ ਬੰਦੇ ਸਮਝੋਗੇ ਤੇ ਜਾ ਕੇ ਸੋ ਕਾਲਡ ਸੰਤਾਂ ਦੇ ਪੈਰ ਹੀ ਘੁੱਟੋਗੇ, ਉਹਨਾਂ ਦੇ ਅੱਗੇ ਹੱਥ ਜੋੜ ਕੇ ਭੁੰਜੇ ਬੈਠੋਗੇ, ਅਗਲੇ ਆਪ ਪਲੰਘ ਲਾ ਕੇ ਸਿਰਹਾਣੇ ਅਗਲੇ ਮਖਮਲੀ ਢੋ ਲਾ ਕੇ ਬੈਠੇ ਹੋਣੇ। ਉਹ ਪੈਰਾਂ ਥੱਲੇ ਵੀ ਸਿਰਹਾਣੇ ਦਿੱਤੇ ਹੁੰਦੇ ਆ। ਕੁਰਸੀ ਤੇ ਕੋਈ ਬੈਠਾ ਸਾਧ ਸੋਫੇ ਤੇ, ਪੈਰਾਂ ਦੇ ਥੱਲੇ ਵੀ ਸਿਰਹਾਣਾ ਦਿੱਤਾ ਹੁੰਦਾ, ਚਿੱਟੇ ਗਲਾਫ ਵਾਲਾ। ਬੜੀ ਕਿਆ ਬਾਤਾਂ ਭਾਈ। ਮੰਨ ਲਓ ਬਾਹਰ ਮੰਨੋਗੇ ਤੇ ਕਰਮਕਾਂਡ ਕਰੋਗੇ, ਜੋ ਦਿਸੈ ਸੋ ਛਾਰ, ਆਪਣਾ ਟਾਈਮ ਜ਼ਾਇਆ ਕਰੋਗੇ। ਅਕਾਲ ਪੁਰਖ ਨੂੰ ਮਿਲਣ ਦੀ ਇਹ ਵਾਰੀ ਮਿਲੀ ਹੈ, ਉਹ ਅਸੀਂ ਗਵਾ ਬੈਠਾਂਗੇ। ਸਤਿਗੁਰ ਦੀਏ ਮੁਕਤ ਧਿਆਨਾ। ਜਿਸ ਮਨੁੱਖ ਦੇ ਉੱਤੇ ਪਰਮਾਤਮਾ ਨੇ ਬਖਸ਼ਿਸ਼ ਕਰਕੇ, ਜਿਹਨੂੰ ਐਸਾ ਧਿਆਨ ਬਖਸ਼ਿਸ਼ ਕਰ ਦਿੱਤਾ ਸ਼ਬਦ ਦਾ, ਜਿਹਨੇ ਉਹਨੂੰ ਮੁਕਤ ਪਦਾਰਥ ਤੱਕ ਲੈ ਕੇ ਜਾਣਾ ਹੈ। ਹਰ ਪਦ ਚੀਨ ਭਏ ਪ੍ਰਧਾਨਾ। ਔਰ ਉਸ ਮਨੁੱਖ ਨੇ ਵੀ ਇਹ ਪਛਾਣ ਕਰ ਲਈ, ਇਹ ਗਿਆਨ ਹਾਸਲ ਕਰ ਲਿਆ ਕਿ ਉਸ ਤੋਂ ਸਿਵਾਏ ਹੈ ਹੀ ਕੱਖ ਨਹੀਂ। ਜੋ ਦਿਸੈ ਸੋ ਛਾਰ, ਇੱਕ ਦੀ ਬੰਦਗੀ, ਇੱਕ ਦੀ ਸ਼ਰਨ, ਇੱਕ ਦਾ ਜਪ, ਇੱਕ ਦੁਆਰਾ ਦੀਖਿਆ, ਇੱਕ ਨਾਲ ਕਮਿਟਮੈਂਟ ਜਿਹਨੇ ਕਰ ਲਈ, ਉਹ ਫਿਰ ਹਰ ਪਦ ਚੀਨ ਭਏ ਪ੍ਰਧਾਨਾ। ਉਹ ਫਿਰ ਨਾਮ ਜਪ ਜਪ ਕੇ, ਬੰਦਗੀ ਕਰ ਕਰਕੇ ਉਸ ਅਵਸਥਾ ਤੱਕ ਪਹੁੰਚੇਗਾ। ਭਏ ਪ੍ਰਧਾਨਾ ਦਾ ਮਤਲਬ ਹੈ ਜਿਹੜਾ ਨਾਮ ਪਦਾਰਥ ਹਾਸਲ ਕਰਦਾ ਮੁਕਤ ਤੋਂ ਬਾਅਦ। ਇਸ ਕਰਕੇ ਇਹ ਸ਼ਬਦ, ਜਿਹੜੀ ਇਹ ਲਾਈਨ ਆਈ ਹੈ, ਮੁਕਤ ਧਿਆਨੇ ਤੋਂ ਬਾਅਦ ਆਈ। ਇਹ ਧਰਮ ਅਰਥ ਕਾਮ ਮੋਖ ਨਹੀਂ ਹੈ। ਮੋਖ ਤੋਂ ਤੇ ਅਗਲੀ ਗੱਲ ਕਰ ਰਿਹਾ ਬਾਬਾ। ਬੜੇ ਪਿਆਰ ਦੇ ਨਾਲ ਇਸ ਚੀਜ਼ ਨੂੰ ਸਮਝਣਾ, ਬੜੀ ਮੈਂ ਬੇਨਤੀ ਕਰਦਾ ਵੀ ਜੇ ਮਨ ਟਿਕ ਰਿਹਾ ਤੁਹਾਡਾ ਧਰਮ ਅਰਥ ਕਾਮ ਮੋਖ ਦੇ ਨਾਲ, ਇਹ ਠੀਕ ਹੈ, ਪ੍ਰਵਾਨ ਹੈ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਅਸੀਂ ਤੇ ਉਸ ਤੋਂ ਗਾਂਹ ਦੀ ਗੱਲ ਕਰ ਰਹੇ ਹਾਂ। ਗੁਰਬਾਣੀ ਸਾਨੂੰ ਅੱਗੇ ਲੈ ਜਾ ਰਹੀ ਹੈ। ਸਤਿਗੁਰ ਦੀਏ ਮੁਕਤ ਧਿਆਨਾ। ਐਸੀ 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 ਐਸਾ ਧਿਆਨ ਸ਼ਬਦ ਦਾ ਉਸ ਕਰਤੇ ਪੁਰਖ ਨੇ ਬਖਸ਼ਿਸ਼ ਕੀਤਾ, ਜਿਹਨੇ ਸਾਨੂੰ ਮੁਕਤ ਪਦਾਰਥ ਤੱਕ ਲੈ ਕੇ ਜਾਣਾ। ਉਸ ਤੋਂ ਗਾਂਹ ਹਰ ਪਦ ਚੀਨੇ ਭਏ ਪ੍ਰਧਾਨਾ। ਉਹ ਇਹ ਨਹੀਂ ਹੈ ਵੀ ਪ੍ਰਧਾਨ ਬਣ ਗਏ, ਉਹ ਕੋਈ ਉਹਨਾਂ ਨੂੰ ਇਲੈਕਸ਼ਨ ਉਹਨਾਂ ਨੇ ਜਿੱਤ ਲਈ, ਨਹੀਂ। ਪ੍ਰਧਾਨੇ ਦਾ ਮਤਲਬ ਹੈ ਉਹ ਗਾਂਹ ਚਲੇ ਗਏ, ਹੋਰ ਉੱਚੇ ਹੋ ਗਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਔਰ ਜੈਸੀ ਆਪਾਂ ਉਹ ਸ਼ਬਦ ਪੜ੍ਹ ਕੇ ਆਏ ਆ, ਜਿਸ ਜਿਸ ਵੀ ਉਹ ਸ਼ਬਦ ਮੈਨੂੰ ਯਾਦ ਨਹੀਂ ਆ ਰਿਹਾ। ਹਾਂ, ਸ਼ਿਵ ਸ਼ਿਵ ਕਰਤ ਜੋ ਨਰ ਧਿਆਵੇ, ਆਪਾਂ ਉਹ ਸ਼ਬਦ ਪੜ੍ਹ ਕੇ ਆਏ ਆ ਭਗਤ ਨਾਮਦੇਵ ਜੀ ਦਾ। ਕਹਿੰਦੇ ਜਿਸ ਤਰ੍ਹਾਂ ਦੇ ਵੀ ਆਪਣੇ ਜਿਸ ਕਿਸੇ ਨੂੰ ਵੀ ਮੰਨ ਕੇ ਤੁਸੀਂ ਧਿਆਓਗੇ, ਉਹਦਾ ਰੂਪ ਹੋ ਜਾਓਗੇ। ਉਹ ਅਸੀਂ ਕਾਹਦਾ ਰੂਪ ਹੋਣਾ ਪਈ? ਅਸੀਂ ਕਿਹਨੂੰ ਸਤਿਗੁਰੂ ਮੰਨੀ ਬੈਠੇ ਹਾਂ? ਕਾਹਦਾ ਰੂਪ ਹੋਣਾ ਅਸੀਂ? ਜੇ ਸ਼ਿਵ ਸ਼ਿਵ ਕਰਾਂਗੇ, ਸ਼ਿਵ ਸ਼ਿਵ ਕਰਤ ਜੋ ਨਰ ਧਿਆਵੈ, ਬਰਦ ਚਰੇ ਡੌਰੂ ਟਮਕਾਵੈ। ਲੈ ਵੀ ਤੈਨੂੰ ਬਲਦ ਵੀ ਮਿਲ ਜੂ, ਡੰਬਰੂ ਵੀ ਮਿਲ ਜੂ, ਮਲ ਕੇ ਸਵਾ ਬਹਿ ਜੀ ਉੱਤੇ ਤੇ ਵਜਾਈ ਜਾਈ ਡੰਬਰੂ, ਜਿੰਨਾ ਮਰਜ਼ੀ। ਇਹ ਉਹ ਸ਼ਬਦ ਪੜ੍ਹਿਓ ਭਗਤ ਨਾਮਦੇਵ ਜੀ ਦਾ। ਉਹ ਸ਼ਬਦ ਦੀ ਰਹਾਉ ਪਤਾ ਕੀ ਕਹਿੰਦੀ ਹੈ? ਹਉ ਤੋ ਏਕ ਰਮਈਆ ਲੈਹੂ, ਆਨ ਦੇਵ ਬਦਲਾਵਨ ਦੇਹੂ। ਕਹਿੰਦਾ ਸਾਰੇ ਦੇਵ ਦੇਵੀ ਛੱਡਿਓ, ਮੈਂ ਸਾਰੇ ਪਾਸੇ ਛੱਡੇ, ਸਭ ਛੱਡਿਆ ਮੈਂ, ਮੈਨੂੰ ਇੱਕ ਨਾਮ ਚਾਹੀਦਾ ਬਸ। ਹਉ ਤੋ ਏਕ ਰਮਈਆ ਲੈਹੂ, ਆਨ ਦੇਵ ਬਦਲਾਵਨ। ਕਹਿੰਦੇ ਲੈ ਜਾਓ ਪਰਾਂ, ਮੈਨੂੰ ਨਹੀਂ ਲੋੜ ਆ 33 ਕਰੋੜਾਂ, ਲੈ ਜਾਓ ਇਹਨਾਂ। ਮੈਨੂੰ ਇੱਕ ਅਕਾਲ ਪੁਰਖ ਕਰਤੇ ਪੁਰਖ ਦਾ ਨਾਮ ਚਾਹੀਦਾ। ਸਤਿਗੁਰ ਦੀਏ ਮੁਕਤ ਧਿਆਨਾ।
उस अकाल पुरख दी, उस सतगुर दी बख्शिश दे नाल ज्ञान हासिल करके शब्द नूं जप जप के ध्यान ला के ध्या के मुक्त पदार्थ हासिल किया। उस तो बाद हर पद चीन पए प्रधाना। लै लो उच्चा हो, ज्यों ज्यों राम कहे जन उच्चे। उस तो अगे नाम पदार्थ की गल है, हर पद चीन पए प्रधाना। इस तो अलावा भी कोई गल करने वाली रह गई है हुण। अवर न दिसै कि स्पोज चढ़ाई, एको रव रहा सब थाई। उस एक दी ही गल की गई है सारी गुरबाणी च, और जिन्नियां दी बाणी आई है भगतां दी, जिन्नियां दे नाम आए ने, उन्होंने एक दी ही इबादत की है, ताई उन्होंने तरजीह दी है। हुण हर पद चीन भए प्रधाना। लो जी, चौथी स्टेज भी हासिल हो चुकी है हर पद की। ये सारा वरतारा जिहड़ा है अंदरे वरतना, स्टेट ऑफ माइंड। हुण की होया, मन तन शीतल, ऐसा आत्मक जीवन बन गया। मन जिहड़ा विचारां तो मुक्त हो गया। मन उस करते पुरख दी जोत दा हिस्सा बन गया। मन तू जोत स्वरूप है अपना मूल पछाण, इस करके नन्ने नू औंकड़ दिता। ये जिहड़ा मन है हुण, उस करते पुरख दी जोत दा हिस्सा बन गया। ये जिहड़ा तन भी है, ये काम क्रोध लोभ मोह हंकार तो मुक्त हो गया। शीतल दा भाव है, ये पंजां तो इहदा छुटकारा हो गया, पंजां तो मुक्त हो गया। ठंड वरत गई है, क्योंकि चौथी स्टेज दे विच खेड रहा। पर कहंदे ये होया किदां? गुरे बूझ बुझाई। ये बख्शिश आत्मक जीवन दी बख्शिश उस करते पुरख ने बुझाई है। समझे सूझे पढ़ पढ़ बूझे, इनू पढ़ पढ़ के पाठ कर करके गुरबाणी नू सिख सिख के इहदे चों बुझणियां ने गल्लां, इहदे चों कढणियां ने गल्लां, इहदे चों तत्त कढणे ने। हुण मन तन शीतल हो गया, ठंड वरत गई, ऐन पवित्र हो गया, निर्मल हो गया सारा कुछ। प्रभ निवाजे, ओए होए, करता पुरख आप ਤਿਆਰ बैठा ਉਹਨੂੰ ਨਿਵਾਜਣ ਨੂੰ, ਵਡਿਆਈ ਦੇਣ ਨੂੰ, ਹੱਥਾਂ ਤੇ ਚੁੱਕਣ ਨੂੰ, ਜਿੱਦਾਂ ਆਪਾਂ ਪੰਜਾਬੀ ਚ ਕਹਿ ਦਿੰਨੇ ਆ। ਕਿਨੇ ਕੀਮਤ ਪਾਈ, ਪਰ ਇਹ ਵਿਰਲਾ ਹੀ ਕੋਈ ਇਹਦਾ ਮੁੱਲ ਪਾਊਗਾ। ਵਿਰਲਾ ਹੀ ਕੋਈ ਇਹਨਾਂ ਆਤਮਕ ਅਭਿਆਸੀ ਗੱਲਾਂ ਨੂੰ ਕੋਈ ਵਿਰਲਾ ਹੀ ਸਮਝ ਸਕੂਗਾ। ਵਿਰਲਾ ਕਿਹੜਾ ਹੋਊ? ਮਨ ਤਨ ਸੀਤਲ, ਜਿਹੜਾ ਇੱਥੋਂ ਤੱਕ ਪਹੁੰਚਿਆ ਹੋ, ਵਿਰਲਾ ਹੀ ਹੋ। 8 ਨੰਬਰ, 8 ਨੰਬਰ ਪਤਾ ਕੀ ਕਹਿੰਦਾ? ਕਹੋ ਨਾਨਕ ਗੁਰੇ ਬੂਝ ਬੁਝਾਈ। ਉਹ ਜਿੰਨੇ ਇਹ ਬਖਸ਼ਿਸ਼ ਕੀਤੀ ਹੈ, ਜਿੰਨੇ ਇਹ ਬੂਝ ਬੁਝਾਈ ਹੈ, ਉਸ ਕਰਤੇ ਪੁਰਖ ਦੇ ਨਾਮ ਨੂੰ ਕਹੋ, ਉਹਨੂੰ ਰਸਨਾ ਦੇ ਨਾਲ ਜਪੋ। ਇਹ ਕਹਿੰਦੇ ਜੀ ਕਾਵ रूप लिखिया ते अखीर ते नाम दिता भी कहो नानक, कहो नानक। जिथे कह आया उत्थे की करोगे, जिथे आया ही नहीं उत्थे की करोगे? हुणे देखो आ पटाका ऐन लाइन दे लाइन उत्ते देखो चलदी है। कहो अगे नानक दी सिर्फ छाप है। हुण नानक दे उत्ते जे अंगूठा रखो ते कहो गुरे बूझ बुझाई। नानक दी छाप आई है, क्योंकि वो ज्ञान ही नानक नूं आया ऐसा सतगुर दा। सो हुण
मैं की कहना, बाबा नानक कहना मैं की करना, कहो मैं उस अकाल पुरख दे नाम नू कह रहा हां। गुरे बूझ बुझाई जिन्हें ये इन्नी बख्शिश की है, जिन्हें जिन्हें एहो जी बूझ बुझाई है, एहो जी सूझ बख्शिश की है। हुणे कहो किदां, नाम बिना गत किने ना पाई। इस करके कहना है इत्थे नाम नू, अगे लिखिया साफ लिखिया, नाम बिना गत, गत हुंदा मुक्ति, गत हुंदा विचारां तो मुक्ति, गतमित हुंदा, गत हुंदा जन्म पदार्थ सफल करके, ज्ञान हासिल करके, मुक्त होके नाम पदार्थ दी अवस्था तक जाना, ਉਹਨੂੰ ਕਹਿੰਦੇ ਆ ਗਤ। ਕਈ ਅੱਧ ਪਚੱਧੇ ਵੀ ਰਹਿ ਜਾਂਦੇ ਆ, ਅੱਧੇ ਰਾਹ ਵੀ ਕੀ ਰਹਿ ਜਾਂਦੇ ਆ, ਉਹ ਫਿਰ ਉਹਨਾਂ ਨੂੰ ਅਕਾਲ ਪੁਰਖ ਹੋਰ ਬਖਸ਼ਿਸ਼ ਕਰਦੇ ਆ, ਛੱਡਦੇ ਨਹੀਂ। ਕਿਉਂਕਿ ਉਹਨੇ ਨਿਵਾਜਣਾ ਹੀ ਨਿਵਾਜਣਾ। ਜੇ ਆਪਾਂ ਭਗਤੀ ਕਰਾਂਗੇ ਉਹਨੇ ਨਿਵਾਜਣਾ ਹੀ ਨਿਵਾਜਣਾ। ਪਰ ਨਾਮ ਬਿਨਾ ਗਤ ਕਿਨੇ ਨਾ ਪਾਈ। ਇਸ ਕਰਤੇ ਪੁਰਖ ਦੇ ਨਾਮ ਜਪਣ ਤੋਂ ਬਗੈਰ ਕੋਈ ਤਰੀਕਾ ਹੀ ਨਹੀਂ ਹੈ ਕਿ ਅਸੀਂ ਕੋਈ ਆਤਮਕ ਅਵਸਥਾ ਹਾਸਲ ਕਰ ਸਕੀਏ। ਹਾਂ, ਦਿਖਾਵਾ ਜ਼ਰੂਰ ਹੋ ਸਕਦਾ, ਭੇਖ ਜ਼ਰੂਰ ਹੋ ਸਕਦਾ, ਪਰ ਗਤੀ ਨਹੀਂ ਹੋ ਸਕਦੀ। ਗਤੀ ਦਾ ਗਤੀ ਨੂੰ ਜਿੰਨਾ ਮਰਜ਼ੀ ਤੁਸੀਂ ਡੀਪ ਲੈ ਜਾਓ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜਾ ਜਿਉਂਦੇ ਜੀ ਇਸ ਜੀਵਨ ਦੇ ਵਿੱਚ ਉਸ ਕਰਤੇ ਪੁਰਖ ਦੀ ਜੋਤ ਦੇ ਵਿੱਚ ਮਿਲ ਗਿਆ, ਉਹਦੀ ਆ ਗਤੀ, ਉਹਨੂੰ ਕਹਿੰਦੇ ਆ ਗਤੀ ਹੋਣਾ। ਹੁਣ ਇਹ ਜਿਹੜੇ ਚਾਰ ਪਦਾਰਥ ਅਸੀਂ ਜ਼ਿਕਰ ਕਰਦੇ ਆ ਰਹੇ ਹਾਂ, ਉਹ ਬਾਹਰੀ ਹੋ ਨਹੀਂ ਸਕਦੇ, ਕਿਉਂਕਿ ਕਰਤੇ ਪੁਰਖ ਦੀ ਸੇਵਾ ਦਾ ਜ਼ਿਕਰ ਆ ਰਿਹਾ। ਸੇਵਾ ਸਾਨੂੰ ਨਜ਼ਰ ਨਹੀਂ ਆਉਂਦੀ। ਅੱਛਾ, ਜਿਹੜੀ ਚੀਜ਼ ਨਜ਼ਰ ਆਏਗੀ ਉਹ ਪਖੰਡ ਹੈ, ਕਿਉਂਕਿ ਕਰਮ ਧਰਮ ਪਖੰਡ ਜੋ ਦਿਸੈ। ਜਿਹੜੀ ਵੀ ਧਰਮ ਦੇ ਰਾਹ ਤੇ ਸਾਨੂੰ ਚੀਜ਼ ਨਜ਼ਰ ਆਉਂਦੀ ਹੋਏਗੀ, ਜਿਹੜਾ ਕਰਮ ਅਸੀਂ ਕਰ ਰਹੇ ਹਾਂ, ਉਹ ਛਾਰ ਹੈ, ਸਵਾਹ ਹੈ। ਅਸੀਂ ਕਾਹਨੂੰ ਸਵਾਹ ਇਕੱਠੀ ਕਰਨੀ? ਰਮਾਨ ਨਾਲ ਬਹਿ ਕੇ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਮੇਰੇ ਮਨ ਪ੍ਰਭ ਸ਼ਰਨਾਈ ਪਾਏ, ਹਰ ਬਿਨ ਦੂਜਾ ਕੋ ਨਹੀਂ। ਏਕੋ ਨਾਮ ਧਿਆਏ ਲੋ। ਹੋਰ ਕਿੱਦਾਂ ਸਮਝਾਈਏ, ਹੋਰ ਕਿੱਦਾਂ ਇਹਨੂੰ ਗਿਆਨ ਨੂੰ ਖੋਲੀਏ? ਕੋਈ ਤਰੀਕਾ ਹੈ? ਕੋਈ ਤਰੀਕਾ ਨਹੀਂ, ਕੋਈ ਦੂਜਾ ਥਾਂ ਨਹੀਂ। ਚਰਨ ਕਮਲ ਕਾ ਆਸਰਾ ਦੂਜਾ ਨਾ ਹੀ ਥਾਓ। ਮੈਂ ਧਰ ਤੇਰੀ ਪਾਰ ਬ੍ਰਹਮ, ਤੇਰੇ ਤਾਣ ਰਹਾਓ। ਬਸ ਇਹੀ ਸਾਡਾ ਮਕਸਦ ਸੀ, ਇਸ ਸ਼ਬਦ ਨੂੰ ਖੋਲਣ ਦਾ। ਇਸ ਸ਼ਬਦ ਦੇ ਵਿੱਚ ਅਜੇ ਇਹਨੂੰ ਹੋਰ ਗਹਿਰਾਈ ਦੇ ਨਾਲ ਵਿਚਾਰਿਆ ਜਾ ਸਕਦਾ, ਨੋ ਡਾਊਟ। ਕੋਈ ਸ਼ੱਕ ਨਹੀਂ। ਇਹਨੂੰ ਹੋਰ ਡੀਪ ਆਪਾਂ ਲਿਜਾ ਸਕਦੇ ਹਾਂ ਚਾਰ ਪਦਾਰਥਾਂ ਦੇ ਉੱਤੇ। ਚਾਰ ਪਦਾਰਥਾਂ ਦੇ ਹੋਰ ਕਈ ਸ਼ਬਦ ਨੇ। ਮੈਂ ਬੇਨਤੀ ਕੀਤੀ ਹੈ ਕਿ ਉਹ ਖੋਜ ਕਰਨ ਦੀ ਕੋਸ਼ਿਸ਼ ਕਰੋ, ਹੋਰ ਲੋੜ ਨਹੀਂ। ਮਨ ਤਨ ਰਤਾ ਰਾਮ ਪਿਆਰੇ, ਸਰਬਸ ਦੀਜੈ ਆਪਣਾ ਵਾਰੇ। ਆਠ ਪਹਿਰ ਗੋਵਿੰਦ ਗੁਣ ਗਾਈਐ,
बिसर ना कोई सासा जियो। देखो इंपॉर्टेंस किस चीज दी है। सोई साजन मीत प्यारा राम नाम साध संग विचारा साधु संग तरीजै सागर कटिया जम की फासा जियो। चार पदार्थ हर की सेवा पार जात जप अलख भेवा। हुण इदां नहीं पढ़ना इनू पार जात जप नहीं, इन चार पदार्थ हर की सेवा पार जात जप अलख खपेवा। पार जात कहते हैं जी रुख जिहड़ा मनोकामना पूरियां करने वाला, रुख रख नहीं कोई है। ये पार जात एक रिद्धि सिद्धि दी अवस्था, एक स्टेट ऑफ माइंड है ਜਿਹੜੀ ਕਈਆਂ ਨੂੰ ਸ਼ੁਰੂਆਤ ਦੇ ਵਿੱਚ ਹੀ ਹਾਸਲ ਹੋ ਜਾਂਦੀ ਹੈ। ਜਿਹੜੇ ਨਾਮ ਅਭਿਆਸੀ ਕਈ ਵਾਰੀ ਗੱਲ ਮੂੰਹੋਂ ਕੱਢ ਦੇਣ, ਉਹ ਗੱਲ ਉਸ ਵੇਲੇ ਪੂਰੀ ਹੋ ਜਾਂਦੀ ਹੈ। ਅਸੀਂ ਆਪ ਦੇਖੇ ਐਸੇ ਅਭਿਆਸੀ, ਅਸੀਂ ਆਪ ਦੇਖੇ ਹੈ ਔਰ ਜੋ ਜੋ ਬਚਨ ਉਹਨਾਂ ਨੇ ਕਹੇ ਉਹ ਪੂਰੇ ਹੁੰਦੇ ਦੇਖੇ ਆ। ਕਾਮ क्रोध किल बिख गुर काटे पूर्ण होई आसा जियो। ये शब्द पढ़ना आपने खोजना। पूर्ण भाग भये जिस प्राणी साध संग मिले सारंग पानी नानक नाम वसिया जिस अंतरे परवान गृहस्थ उदासा जियो। सो इन्नियां क बेनतियां परवान करनियां। आपां इस टॉपिक ਨੂੰ ਬਹੁਤਾ ਲਮਕਾਉਣਾ ਨਹੀਂ ਹੈ। ਇਹਨਾਂ ਚੀਜ਼ਾਂ ਦਾ ਜਿਹੜਾ ਜ਼ਿਕਰ ਹੈ ਉਹ ਆਪਾਂ ਜਪ ਬਾਣੀ ਚ ਵੀ ਕਰਨਾ ਹੈ। ਔਰ ਇਹ ਜਿੰਨਾ ਵੀ ਆਪਾਂ ਜੇ ਅੱਗੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਕੱਲ ਦਾ ਨਹੀਂ ਕੋਈ ਪਤਾ, ਜੇ ਬਖਸ਼ਿਸ਼ ਕੀਤੀ ਵਾਹਿਗੁਰੂ ਨੇ ਤੇ ਇਹ ਆਪਾਂ ਪਦਾਰਥ ਇਸੇ ਤਰੀਕੇ ਦੇ ਨਾਲ ਆਪਾਂ ਅੱਗੇ ਅੱਗੇ ਵਿਚਾਰਦੇ ਜਾਵਾਂਗੇ।